ਜਾਲਰ ਕਿਸੇ ਗਾਈ ਦੀ ਨਹੀਂ ਹੋਣੀ ਚਾਹੀਦੀ, ਨਾਫ ਹੋਣੀ ਚਾਹੀਦੀ, ਪੂਛ ਵਾਲੇ ਦੀ ਬਰੀਕ ਹੋਣੀ ਚਾਹੀਦੀ ਹੈ। ਚਮੜੀ ਆ ਕਾਗਜ਼ ਹੈ, ਇਹ ਸਾਡੀ ਮਾਰ ਕੌਮ ਦਾ ਦਾਗ ਹੈ। ਸਾਡੀਆਂ ਗਾਈਆਂ ਕਿਤੇ 18 ਸੂਏ ਸੂ ਜਾਂਦੀਆਂ ਨੇ, ਵੇਖਣ ਵਾਲਾ ਬੰਦਾ ਪੁੱਛਦਾ ਤਾਂ ਦੂਜਣ ਕਹਿੰਦਾ। ਇਹਨਾਂ ਦੀ ਬਾਡੀ ਇਸ ਕਿਸਮ ਦੀ, ਇਹਨਾਂ ਦੀ ਵੱਖੀ ਛੋਟੀ ਹੈ, ਵੱਡੇ ਪੇਟ ਨਹੀਂ ਇਹਨਾਂ ਦੇ। ਇਹ 8-7 ਸੂਆਂ ਤੇ ਚਲੀ ਗਈ ਨਹੀਂ। ਸਾਡੇ ਕੋਲੋਂ ਬੰਦਾ ਜਿਹੜਾ ਸ਼ਿਕਾਰੀ ਆ ਜਾਵੇ ਨਹੀਂ ਦੱਸ ਸਕਦਾ ਵੀ ਇਹ ਗਾਂ ਕਿੰਨੇ ਸੂਏ ਜਾ ਰਹੀ ਹੈ। ਸਾਹੀਵਾਲ ਦਾ ਰੰਗ ਵੀ ਹੈ, ਚੋਲਸਤਾਨ ਦਾ ਵੀ ਰੰਗ ਹੈ। ਸਾਹੀਵਾਲ ਦੀ ਆ ਝਾਲਰ ਜ਼ਮੀਨ ਨਾਲ ਲੱਗੀ ਹੋਈ ਹੋਵੇ, ਦੂਜਣ ਜਾ ਕੇ ਸਾਰਾ ਚੱਡਾ ਥੱਲੇ ਸੁੱਟ। ਜਦੋਂ ਗਾਈ ਤਿਆਰੀ ਕਰਦੀਆਂ ਨੇ ਫਿਰ ਪੈਰਾਂ ਦੇ ਥੱਲੇ ਉਹਨਾਂ ਦੇ ਥਣ ਵੱਡੇ ਜਾਂਦੇ। ਗਾਈਆਂ ਦਾ ਕੰਨ ਵਜਨੀ 12 ਕੰਨ ਤੇ ਖੁੱਲਾ, ਉਹ ਦੂਜਣਾ ਜਾ ਕੇ ਜ਼ਮੀਨ ਨਾਲ ਉਹਨਾਂ ਦੇ ਪੇਟ ਲੱਗ ਜਾਂਦੇ ਨੇ। ਉਹ ਜਰ ਦੋਸਤੋ ਚੋਲਿਸਤਾਨ ਦੇ ਇਲਾਕੇ ਦੇ ਵਿੱਚ ਖਿਜ਼ਰ ਖਿਆਸ ਸਾਹਿਬ ਮੇਰੇ ਨਾਲ ਮੌਜੂਦ ਨੇ। ਖਿਜ਼ਰ ਸਾਹਿਬ, ਦੋਸਤਾਂ ਨੂੰ ਦੱਸਣਾ ਹੈ ਕਿ ਚੋਲਿਸਤਾਨੀ ਗਾਂ ਦੀ ਪਹਿਚਾਨ ਕੀ ਹੈ। ਚੰਗੀ ਚੋਲਿਸਤਾਨੀ ਗਾਂ ਜਿਹੜੀ ਕਿ ਗਰਮੀ ਤੋਂ ਵੀ ਬਚਾਏ, ਗਰਮੀ ਕਰੇ ਹੀ ਨਾ, ਔਰ ਦੁੱਧ ਵੀ 20 ਤੋਂ 25 ਕਿਲੋ ਦੇ, ਉਹਦੀ ਪਹਿਚਾਨ ਅੱਜ ਤੁਸੀਂ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਤਫਸੀਲ ਨਾਲ ਦੱਸਣੀ ਹੈ। अस्सलाम वालेकुम जी, मेरा नाम खिजर यात है, कौम मेरी मार है, तहसील फोटाबाद, डिस्ट्रिक्ट बावन नगर, किला मीरगढ़ एरिया है। ਉਹਦੇ ਵਿੱਚ ਅਸੀਂ ਮੌਜੂਦ ਆਏ, ਦੋਸਤ ਸਾਡੇ ਕੋਲ ਆਏ ਨੇ, ਇਹਨਾਂ ਦੀ ਮਿਹਰਬਾਨੀ ਇਹ ਤੁਹਾਡੇ ਤੱਕ ਇਹ ਵੀਡੀਓ ਪਹੁੰਚਾ ਰਹੇ ਨੇ। ਚੋਲਿਸਤਾਨ ਦੀ ਪਹਿਚਾਨ ਤੁਹਾਨੂੰ ਦੱਸਦੇ ਆ ਕਿ ਜਿਹੜੀ ਤੁਹਾਡੇ ਸਾਹਮਣੇ ਗਾਈ ਖੜੀ ਹੈ ਔਰ ਦੂਸਰੀਆਂ ਵੀ ਖੜੀਆਂ ਨੇ। ਆ ਵੱਛਾ ਵੀ ਆ ਗਿਆ ਹੈ, ਆ ਗਾਈ ਵੀ ਸਾਹਮਣੇ ਆ ਗਈ ਹੈ ਜੀ। ਇਹਨਾਂ ਦੀ ਚਮੜੀ ਬਰੀਕ, ਇਹਨਾਂ ਦੀ ਆ ਜਿਹੜੀ ਝਾਲਰ ਹੈ, ਝਾਲਰ ਕਿਸੇ ਗਾਈ ਦੀ ਨਹੀਂ ਹੋਣੀ ਚਾਹੀਦੀ। ਠੀਕ ਹੈ। ਆ ਜਿਹੜੀ ਥੱਲੇ ਝਾਲਰ ਹੈ, ਜਿਹੜੀ ਝਾਲਰ ਹੋਏਗੀ ਉਹ ਸਾਡੀ ਚੋਲਿਸਤਾਨੀ ਨਹੀਂ ਹੋਏਗੀ। ਇਹ ਵਾਲੀ ਥੱਲੇ ਵਾਲੀ ਇਹ ਥੋੜੀ ਹੋਣੀ ਚਾਹੀਦੀ ਹੈ, ਇਹ ਹੋਣੀ ਨਾ ਹੋਣ ਦੇ ਬਰਾਬਰ ਜਿਸ ਤਰ੍ਹਾਂ ਕਿ ਇਹਦੀ। ਠੀਕ ਹੈ। ਅੱਛਾ, ਇਹਦੀ ਨਾ ਹੋਣ ਦੇ ਬਰਾਬਰ ਹੈ, ਲੇਕਿਨ ਫਿਰ ਵੀ ਥੋੜੀ ਜਿਹੀ ਲਟਕੀ ਨਜ਼ਰ ਆ ਰਹੀ ਹੈ। ਤੇ ਇਹ ਵੀ ਇੰਨੀ ਵੀ ਕਿ ਬਸ ਇਹ ਆਖਰੀ ਹੁੰਦੀ ਸਟੇਜ ਇਹਦੀ। ਠੀਕ ਹੈ। ਇਹ ਤੇ ਦੂਸਰੀ ਇਹਦੀ ਨਾਫ ਆ ਗਈ ਥੱਲੇ। ਠੀਕ ਹੈ। ਨਾਫ ਹੋਣੀ ਚਾਹੀਦੀ, ਜਿੱਡੀ ਲੰਮੀ ਹੋਏਗੀ ਓਡੀ ਅੱਛੀ ਹੈ, ਉਹਦੀ ਜ਼ਿਆਦਾ ਖੂਬਸੂਰਤ ਹੈ। ਅਸੀਂ ਵੀ ਪਸੰਦ ਕਰਦੇ ਹਾਂ ਔਰ ਚੋਲਿਸਤਾਨੀ ਇਹ ਨਾਫ ਹੋਣੀ ਚਾਹੀਦੀ ਹੈ ਜੀ ਇਹਦੇ ਵਿੱਚ। ਠੀਕ ਹੋ ਗਿਆ। ਇਸ ਤੋਂ ਬਾਅਦ ਜੀ, ਇਸ ਤੋਂ ਬਾਅਦ ਆ ਪੂਛ ਵਾਲੇ ਦੀ ਬਰੀਕ ਹੋਣੀ ਚਾਹੀਦੀ ਹੈ। ਜਿਸਮ ਦੀ ਚਮੜੀ ਆ ਕਾਗਜ਼ ਹੈ, ਆ ਵੇਖ ਲਓ, ਬਿਲਕੁਲ ਇਸ ਤਰ੍ਹਾਂ ਦੀ ਚਮੜੀ ਬਰੀਕ ਹੋਣੀ ਚਾਹੀਦੀ ਹੈ। ਠੀਕ ਹੈ। ਇਸ ਗਾਂ ਦਾ ਸਿੰਘ ਹੈ, ਲੋਕ ਪਸੰਦ ਕਈ ਕਰਦੇ ਨੇ ਕਿ ਨਹੀਂ ਕਰਦੇ, ਅਸੀਂ ਇਹਨਾਂ ਨੂੰ ਪਸੰਦ ਕਰਦੇ ਹਾਂ। ਇਸ ਤਰ੍ਹਾਂ ਦੇ ਸਿੰਘਾਂ ਨੂੰ, ਹਾਂਜੀ, ਇਸ ਤਰ੍ਹਾਂ ਦੇ ਸਿੰਘਾਂ ਨੂੰ ਪਸੰਦ ਕਰਦੇ ਹਾਂ ਜਿਹੜੇ ਤਾਂ ਨੂੰ ਇਸ ਤਰ੍ਹਾਂ ਬਣੇ ਵੱਡੇ ਨੇ ਜ਼ਰਾ। ਆ ਸਾਡਾ ਦਾਗ ਹੈ, ਅਸਲ ਸਾਡਾ ਮਾਰਾਂ ਦਾ ਦਾਗ ਹੈ। ਇਸ ਦਾਗ ਨੂੰ ਤੁਸੀਂ ਵੇਖ ਲਓ, ਇਹ ਜਿਸ ਜਗ੍ਹਾ ਤੇ ਤੁਹਾਨੂੰ ਮਿਲੇਗਾ ਇਹ ਸਾਡੀ ਮਾਰ ਕੌਮ ਦਾ ਦਾਗ ਹੈ। फोटाबाद, तहसील फोटाबाद, डिस्ट्रिक्ट बावन नगर, बस्ती पुराना फूलड़ा। सही हो गया, ये साडा असल निशान। सही हो गया। बाकी हवाने दा किस तरह दी तुही चोलिस्तानी दी पहचान करदे हो? देखो जी, जिस तरह के लोग पिछले दरिया एरिए दे आखदे ने कि साडे हुण तां इस तरह जुड़ के खड़ी है गां होई है आस जी। हुण ਇਹ ਪੋਜੀਸ਼ਨ ਉਸ ਦੇ ਵਿੱਚ ਹਵਾਨਾ ਦਾ ਵੇਖ ਲਓ, ਥਣ ਮੋਟਾ ਹੋਣਾ ਚਾਹੀਦਾ, ਵਿਰਲ ਚੰਗੀ ਹੋਣੀ ਚਾਹੀਦੀ। ਬਿਲਕੁਲ। ਪਿੱਛੋਂ ਵੇਖ ਲਓ, ਸੂਹ ਦੇ ਨਾਲ ਲੱਗਾ ਹੋਇਆ, ਜਦ ਕਿ ਸਾਡੀ ਗਾਈ ਇਸ ਵੇਲੇ 8 ਮਹੀਨਾ ਦੀ ਸੂਈ ਹੋਈ ਹੈ। ਵਾਹ ਜੀ ਵਾਹ। ਇਹ ਅੱਜ ਦੀ ਨਹੀਂ ਸੂਈ ਹੋਈ, ਇਸ ਵੇਲੇ ਵੀ ਇਹਦੇ ਕੋਲ 5 ਕਿਲੋ ਦੁੱਧ ਹੈ। ਠੀਕ, ਟਾਈਮ ਦਾ 5-10 ਕਿਲੋ ਦੁੱਧ ਸਾਡੀ ਗਾਈ ਫਿਰ ਵੀ ਦੇ ਰਹੀ ਹੈ। ਠੀਕ, 8 ਮਹੀਨਾ ਦੀ ਸੂਈ ਹੋਈ ਹੈ। ਸਹੀ ਹੋ ਗਿਆ। ਇੱਕ ਹੋਰ ਤੁਸੀਂ ਇੱਥੇ ਆਪਣੀ ਬੜੀ ਪਸੰਦੀਦਾ ਗਾਂ ਕਹਿ ਰਹੇ ਹੋ, ਰਾਵੀ। ਉਹ ਕਿੱਧਰ ਗਈ ਹੈ? ਸਾਡੀ ਆ ਖੜੀ ਹੈ, ਅਸੀਂ ਤੁਹਾਨੂੰ ਦੁਬਾਰਾ ਨੂੰ ਤੋੜ ਕੇ ਵਿਖਾ ਦਿੰਨੇ, ਅੱਗੇ ਵੀ ਵੀਡੀਓ ਦੇ ਵਿੱਚ ਆਈ ਹੈ ਜੀ ਜੀ। ਫਿਰ ਮਜ਼ੀਦ ਤੁਸੀਂ ਇਹਦੀ ਤਸਵੀਰ ਬਣਾ ਲਓ। ਆ ਸਾਹਮਣੇ ਫਿਰਦੀ ਪਈ ਇਹ ਜੀ ਰਾਵੀ ਹੈ, ਇਹਦੇ ਤੇ ਵੀ ਇਹਨਾਂ ਦਾ ਨਿਸ਼ਾਨ, ਇਹਦੇ ਤੇ ਨਿਸ਼ਾਨ ਥੋੜਾ ਹੋਰ ਤਰ੍ਹਾਂ ਦਾ। ਨਿਸ਼ਾਨ ਇਹਦਾ ਖਰਾਬ ਹੋ ਗਿਆ ਸੀ ਜਿਸ ਵੇਲੇ ਅਸੀਂ ਲਾਣ ਲੱਗਦੇ ਆ ਨਾ, ਉਹ ਨਿਸ਼ਾਨ ਗਰਮ ਕੀਤਾ ਹੁੰਦਾ ਤੇ ਇਹਨੇ ਹਿਲਾ ਦਿੱਤੀ ਤੇ ਨਿਸ਼ਾਨ ਖਰਾਬ ਹੋ ਗਿਆ। ਠੀਕ ਹੋ ਗਿਆ। ਜਿਹੜਾ ਕਿ ਪਿਛਲੀ ਗਾਂ ਦੀ ਤੁਹਾਨੂੰ ਦਾਗ ਵਿਖਾਇਆ ਹੈ ਨੰਬਰ। ਰਾਵੀ ਲੱਗਦਾ ਸ਼ਰਮਾ ਰਹੀ ਹੈ। ਇਹ ਸ਼ਰਮਾ ਰਹੀ ਹੈ ਤੁਹਾਡੀ ਵਜ੍ਹਾ ਤੋਂ ਕਿ ਨया ਬੰਦਾ ਇਹਨਾਂ ਦੇ ਵਿੱਚ ਚੋਲਿਸਤਾਨ ਦੇ। ਤੁਸੀਂ ਗੱਲ ਪਹਿਲਾਂ ਪੁੱਛੀ ਸੀ ਵੀਡੀਓ ਦੇ ਵਿੱਚ ਵੀ ਚੁਰਾ ਸਕਦਾ, ਇਹਨਾਂ ਨੂੰ ਕੋਈ ਨਜ਼ਦੀਕ ਨਹੀਂ ਜਾ ਸਕਦਾ। ਅੱਛਾ ਜੀ। ਇਹ ਬੰਦੇ ਨੂੰ ਖਾਣ ਤੱਕ ਤੇ ਮਾਰਨ ਤੱਕ ਜਾਂਦੀਆਂ ਨੇ। ਇਹ ਹੁਣ ਜਿਹੜਾ ਕਿ ਥੋੜੀ ਹਰਕਤ ਕਰ ਰਹੀਆਂ ਨੇ ਤੁਹਾਡੀ ਵਜ੍ਹਾ ਤੋਂ ਕਰ ਰਹੀਆਂ ਨੇ। ਤੁਸੀਂ ਹੋਵੋ ਤੇ ਫਿਰ ਨਹੀਂ ਕਰਦੀ। ਇਹਨਾਂ ਦੇ ਥੱਲੇ ਬਵੀਏ, ਉੱਤੇ ਫਿਰਦੇ ਰਹੀਏ, ਇਹਨਾਂ ਨੂੰ ਪਕੜੀ ਰੱਖੀਏ, ਛੱਡ ਦਈਏ, ਅਸੀਂ ਰਸੇ ਨਾਲ ਬੰਦੇ ਤੇ ਕੋਈ ਨਹੀਂ। ਬਿਲਕੁਲ। ਹਾਂ, ਇਹ ਤਾਂ ਕਰਕੇ ਥੋੜਾ ਹਰਕਤ ਕਰਦੀਆਂ ਨੇ ਨਏ ਬੰਦੇ ਤੁਹਾਡੀ ਪਹਿਚਾਨ ਕਰਦੀਆਂ ਨੇ। ਹਾਂ, ਸਾਨੂੰ ਅਲਹਮਦੁਲਿਲਾ ਵੇਖ ਲਓ, ਸਾਡੇ ਕੋਲ ਖੜਿਆ ਤਾਂ। ਤੇ ਜੇ ਨਵੇਂ ਪਾਸੇ ਟੁਰ ਜਾਣ, ਉਧਰ ਨਵੇਂ ਪਾਸੇ ਟੁਰ ਜਾਣ, ਚੌਥੇ ਦਿਨ ਜਾਨਵਰ ਉਸੇ ਦਾ ਜਿਹੜਾ ਪਿਆਰ ਕਰੇਗਾ। ਹਾਏ, ਇਹ ਉਹ ਚੀਜ਼ਾਂ ਨੇ, ਉਹ ਦੁੱਧ ਜਾਂ ਤੇ ਮਾਂ ਦਿੰਦੀ ਤੇ ਜਾਂ ਜਾਨਵਰ ਹੀ ਦਿੰਦੇ ਨੇ। ਬਿਲਕੁਲ। ਹਾਂਜੀ, ਬਾਕੀ ਨੇ ਕੋਈ ਵੀ ਸ਼ਾਇਦ ਨਾ, ਬਾਕੀ ਕੋਈ ਦੁੱਧ ਨਹੀਂ ਪਿਲਾਉਂਦੀ, ਮੱਝਾਂ ਗਾਵਾਂ ਹੀ ਦੁੱਧ ਪਿਲਾਉਂਦੀਆਂ ਨੇ। ਸਹੀ ਹੋ ਗਿਆ। ਇਹਨਾਂ ਦੇ ਸੂਏ ਕਿੰਨੇ ਕੋਈ ਹੁੰਦੇ ਨੇ ਤਕਰੀਬਨ? ਇਹ ਤਕਰੀਬਨ ਅਸੀਂ ਇਸ ਚੀਜ਼ ਦਾ ਅੰਦਾਜ਼ਾ ਲਾਇਆ ਹੋਇਆ ਹੈ, ਸਾਡੀਆਂ ਗਾਈਆਂ ਕਿਤੇ 18 ਸੂਏ ਸੂ ਜਾਂਦੀਆਂ ਨੇ ਤੇ ਵੇਖਣ ਵਾਲਾ ਬੰਦਾ ਪੁੱਛਦਾ ਤਾਂ ਦੂਜਣ ਕਹਿੰਦਾ। ਇਹਨਾਂ ਦੀ ਬਾਡੀ ਇਸ ਕਿਸਮ ਦੀ, ਇਹਨਾਂ ਦੀ ਵੱਖੀ ਛੋਟੀ ਹੈ, ਵੱਡੇ ਪੇਟ ਨਹੀਂ ਇਹਨਾਂ ਦੇ, ਪੇਟੂ ਗਾਈਆਂ ਨਹੀਂ ਹੁੰਦੀਆਂ। ਸਹੀ ਹੋ ਗਿਆ।
ਇਹਦੇ ਵਿੱਚ ਤੇ ਫਿਰ ਕੋਈ ਬੰਦਾ ਜੱਜ ਹੀ ਨਹੀਂ ਕਰ ਸਕਦਾ ਜਿਹੜੇ ਖਿਲਾੜੀ ਬਣੇ ਨੇ ਕਿ ਦੂਸਰੇ ਦੀ ਹੈ ਕਿ ਪਹਿਲੇ ਦੀ ਹੈ? ਨਹੀਂ ਸਾਡੇ ਕੋਲੋਂ ਬੰਦਾ ਜਿਹੜਾ ਸ਼ਿਕਾਰੀ ਆ ਜਾਵੇ ਨਹੀਂ ਦੱਸ ਸਕਦਾ ਵੀ ਇਹ ਗਾਂ ਕਿੰਨੇ ਸੂਏ ਜਾ ਰਹੀ ਹੈ। ਠੀਕ ਹੈ। ਇੱਥੇ ਐਸੀਆਂ ਗਾਈਆਂ ਖੜੀਆਂ ਨੇ, ਆ ਗਾਈ ਤੁਹਾਡੇ ਸਾਹਮਣੇ ਖੜੀ ਹੈ ਜੀ, ਇਹ 8-7 ਸੂਆਂ ਤੇ ਚਲੀ ਗਈ। ਠੀਕ ਹੈ। ਅਸੀਂ ਇਹਨੂੰ ਕਿਸੇ ਹੋਰ ਅਜਨਬੀ ਬੰਦਾ ਆਵੇ ਤਾਂ ਆ ਕੇ ਵੇਖੇਗਾ ਸਾਰੇ ਤਾਂ ਕਿ ਗਾਈ ਦੂਜੇ ਨੇ ਜੀ, ਜਦ ਕਿ ਨਹੀਂ। ਅਸੀਂ ਹਕੀਕਤ ਦੱਸਦੇ ਪਏ, ਸਾਡੀਆਂ ਗਾਈ 10 ਸੂਏ ਸੂ ਕੇ ਵੀ ਦੂਜਣਾ ਰਹਿੰਦੀਆਂ ਨੇ। ਇਹ ਕਿੰਨਵੇਂ ਸੂਏ ਵੇ? ਇਹ 8 ਸੂਏ ਸੂ ਗਈ। ਵਾਹ ਜੀ ਵਾਹ। ਲੇਕਿਨ ਪਤਾ ਨਹੀਂ ਇਹਦਾ, ਲੱਗਦਾ ਬਿਲਕੁਲ ਇਹ ਤੇ ਲੱਗਦਾ ਯੰਗ ਹੈ। ਓਏ ਪੇਟੂ ਨਹੀਂ ਸਰਕਾਰ, ਜਿੱਥੋਂ ਨਸਲਾਂ ਨੇ ਇਹ ਪੇਟੂ ਨਹੀਂ ਨੇ, ਇਹਨਾਂ ਦੇ ਵੱਡੇ ਪੇਟ ਨਹੀਂ, ਛੋਟੀ ਵੱਖੀ ਅਸੀਂ ਗਿਣਦੇ ਆ। ਸਾਰਾ ਦਿਨ ਫਿਰਦੀਆਂ ਵੀ ਕੁਛ ਰਹਿੰਦੀਆਂ ਨੇ, ਸਮਾਰਟ ਰਹਿੰਦੀਆਂ ਨੇ ਉਹਦੇ ਨਾਲ ਵੀ, ਸਮਾਰਟ ਵੀ ਰਹਿੰਦੀਆਂ, ਲੇਕਿਨ ਵੈਸੇ ਵੀ ਇਹਨਾਂ ਦੀ ਵੱਖੀ ਛੋਟੀ। ਸਾਡੀ ਜਿਹੜੀ ਨਸਲ ਗਾਈ ਦੀ ਏ, ਇੱਥੇ ਹੋਰ ਬੜੀਆਂ ਕੌਮਾਂ ਪਈਆਂ ਨੇ, ਸਾਡੀ ਮਾਰ ਫੈਮਿਲੀ ਦੀ ਜਿਹੜੀ ਗਾਂ ਹੈ ਉਹਦੀ ਵੱਖੀ ਛੋਟੀ ਹੋਵੇਗੀ, ਪੇਟੂ ਨਹੀਂ ਹੋਣਗੀਆਂ। ਠੀਕ ਹੈ। ਹਾਂਜੀ। ਚੋਲਸਤਾਨੀ ਦਾ ਤੇ ਸਾਹੀਵਾਲ ਦਾ ਆਪਸ 'ਚ ਫਰਕ ਕਿਵੇਂ ਕਰਦਾ ਇੱਕ ਨਵਾਂ ਬੰਦਾ ਜਿਹੜਾ ਕਿ ਗਾਵਾਂ ਰੱਖਦਾ, ਲੇਕਿਨ ਉਹਨੂੰ ਕਿਵੇਂ ਪਰਖ ਹੁੰਦੀ ਹੈ ਕਿ ਇਹ ਚੋਲਸਤਾਨੀ ਹੈ, ਇਹ ਸਾਹੀਵਾਲ ਹੈ? ਸਾਹੀਵਾਲ ਦਾ ਰੰਗ ਵੀ ਹੈ, ਠੀਕ ਹੈ, ਚੋਲਸਤਾਨ ਦਾ ਵੀ ਰੰਗ ਹੈ। ਸਾਹੀਵਾਲ ਦੀ ਆ ਝਾਲਰ ਜ਼ਮੀਨ ਨਾਲ ਲੱਗੀ ਹੋਈ ਹੋਵੇਗੀ, ਇਹ ਵਾਲੀ ਅਗਲੀ, ਆਹ ਵਾਲੀ ਝਾਲਰ ਜ਼ਮੀਨ ਨਾਲ ਲੱਗੀ ਹੋਏਗੀ। ਠੀਕ ਹੈ। ਸਾਡੀ ਗਾਂ ਦੀ ਝਾਲਰ ਨਹੀਂ ਹੋਵੇਗੀ, ਉਸ ਦੀ ਨਾਫ ਘੱਟ ਹੋਵੇਗੀ, ਸਾਡੀ ਦੀ ਨਾਫ ਜ਼ਿਆਦਾ ਹੋਵੇਗੀ। ਨਾਫ ਵੱਡੀ ਇਹ ਵਾਲੀ, ਹਾਂ, ਤੇ ਜਿਹੜੀ ਝਾਲਰ ਹੈ ਇਹ ਛੋਟੀ ਚੋਲਸਤਾਨੀ ਦੀ। ਫਿਰ ਸਾਡੀ ਗਾਂ 10-15 ਸੂਏ ਸੂ ਜਾਵੇ, ਸਾਡੀ ਗਾਂ ਚੱਡਾ ਨਹੀਂ ਤੋੜੇਗੀ, ਥੱਲੇ ਨਹੀਂ ਸੁੱਟੇਗੀ। ਜਿਹੜੀ ਸਾਹੀਵਾਲ ਹੈ ਦੂਜਣ ਜਾ ਕੇ ਸਾਰਾ ਚੱਡਾ ਥੱਲੇ ਸੁੱਟ ਜਾਏ, ਲਮਕਾ ਜਾਏਗੀ। ਔਰ ਉਹਦਾ ਮਸਲਾ ਇਹ ਹੁੰਦਾ ਹੈ, ਜਦੋਂ ਗਾਂ ਤਿਆਰੀ ਕਰਦੀਆਂ ਨੇ, ਬਲ ਪਾਉਂਦੀਆਂ ਨੇ, ਫਿਰ ਪੈਰਾਂ ਦੇ ਥੱਲੇ ਉਹਨਾਂ ਦੇ ਥਣ ਵੱਡੇ ਜਾਂਦੇ। ਬਿਲਕੁਲ ਇੰਜ ਹੀ ਹੈ, ਥਣ ਖਰਾਬ ਹੋ ਜਾਂਦਾ, ਸਾੜੂ ਵਾਲੇ ਪਾਸੇ ਟੁਰ ਜਾਂਦਾ। ਇਸ ਵਾਸਤੇ ਸਾਡੀਆਂ ਗਾਂ ਦੇ ਇਹ ਚੀਜ਼ ਨਹੀਂ। ਕੰਨ 'ਚ ਕੀ ਫਰਕ? ਕੰਨ ਸੇਮ ਹੀ ਹੁੰਦੇ ਨੇ ਇਹਨਾਂ ਦੇ ਵੱਡੇ? ਉਹਨਾਂ ਦਾ ਛੋਟਾ ਹੈ, ਉਹਨਾਂ ਦਾ ਛੋਟਾ, ਇਹਨਾਂ ਦਾ ਵੱਡਾ। ਸਾਡੀਆਂ ਗਾਈਆਂ ਦਾ ਕੰਨ ਵਜ਼ਨੀ 12 ਕੰਨ ਤੇ ਖੁੱਲਾ। ਕੰਨ ਵੱਡਾ, ਚਮੜੀ ਬਰੀਕ, ਨਾਫ ਵੱਡੀ ਤੇ ਅੱਗੋਂ ਝਾਲਰ ਛੋਟੀ ਹੈ। ਚੋਲਸਤਾਨੀ ਦੀ ਪਹਿਚਾਨ ਹੈ। ਚੋਲਸਤਾਨੀ ਦੀ ਵੱਖੀ ਛੋਟੀ, ਵੱਖੀ ਵੀ ਛੋਟੀ। ਹਾਂ, ਇਹ ਜਿਹੜੀ ਨਹੀਂ ਹੋਣਗੀਆਂ ਆ ਵੱਖੀ। ਇਹ ਹੁਣ 8 ਸੂਏ ਤੇ ਗਾਂ ਗਈ ਤੇ ਪੇਟੂ ਨਹੀਂ ਬਣੀ। ਬਿਲਕੁਲ ਇੰਜ। ਉਹ ਦੂਜਣਾ ਜਾ ਕੇ ਜ਼ਮੀਨ ਨਾਲ ਉਹਨਾਂ ਦੇ ਪੇਟ ਲੱਗ ਜਾਂਦੇ ਨੇ, ਉਜਰ ਇਹਨਾਂ ਚੋਂ ਉਜਰ ਛੋਟਾ। ਸਹੀ ਹੋ ਗਿਆ। ਲੋ ਜੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਖਿਜ਼ਰ ਹਯਾਤ ਸਾਹਿਬ, ਤੁਸੀਂ ਆਪਣਾ ਟਾਈਮ ਦਿੱਤਾ ਕੀਮਤੀ, ਤੇ ਚੋਲਿਸਤਾਨ ਦੇ ਇਲਾਕੇ ਦੇ ਵਿੱਚ ਤੁਹਾਡੀਆਂ ਗੱਲਾਂ ਸੁਣ ਕੇ ਮਜ਼ਾ ਆਇਆ। ਵੀਡੀਓ 'ਚ ਵੀ ਇਹੀ ਗੱਲ ਕਹਾਂਗਾ, ਦੋਸਤਾਂ ਨੂੰ ਅਗਰ ਅੱਛੀ ਲੱਗੇ ਵੀਡੀਓ ਤੇ ਸ਼ੇਅਰ ਲਾਜ਼ਮੀ ਕਰਿਓ ਜੀ। ਅੱਲਾਹ ਹਾਫਿਜ਼।